ਅਸੀਂ ਅੱਗੇ ਦੇਖਾਂਗੇ ਇਸ ਪ੍ਰੋਟੈਸਟ ਨੂੰ ਸ਼ਹੀਨ ਬਾਗ ਦੇ ਪ੍ਰੋਟੈਸਟ ਵਾਂਗੂ ਦਬਾਇਆ ਕਿਉਂ ਨਹੀਂ ਜਾ ਸਕਦਾ। ਵੈਲਕਮ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਕਿਸਾਨਾਂ ਦਾ ਅੰਦੋਲਨ ਜਿਹੜਾ ਆ 9ਵੇਂ ਦਿਨ ਚ ਪਹੁੰਚ ਚੁੱਕਾ ਆ। ਹੁਣ ਤੱਕ ਕੀ ਇਹਦੇ ਚ ਸਫਲਤਾ ਮਿਲੀ ਹੈ ਉਹਦੇ ਬਾਰੇ ਗੱਲ ਕਰਾਂਗੇ ਤੇ ਕਿਹੜੀਆਂ ਰੁਕਾਵਟਾਂ ਆ ਰਹੀਆਂ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ। ਪਿਛਲੀ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਕਿਸਾਨ ਜਿਹੜੇ ਆ ਉਹ ਕਿੱਦਾਂ ਦਿੱਲੀ ਪਹੁੰਚੇ ਨੇ, ਕਿੱਦਾਂ ਉਹਨਾਂ ਦੇ ਉੱਪਰ ਪਾਣੀ ਦੀਆਂ ਮਸ਼ਾੜਾਂ ਕੀਤੀਆਂ ਗਈਆਂ, ਕਿੱਦਾਂ ਸੜਕਾਂ ਪੁੱਟੀਆਂ ਗਈਆਂ, ਫਿਰ ਵੀ ਜਿਹੜੇ ਕਿਸਾਨ ਆ ਉਹ ਦਿੱਲੀ ਪਹੁੰਚ ਕੇ ਆਪਣੇ ਧਰਨੇ ਤੇ ਬੈਠੇ ਨੇ। ਸੋ ਅੱਜ ਦਿੱਲੀ ਚਲੋ ਮੂਵਮੈਂਟ ਦਾ 9ਵਾਂ ਦਿਨ ਆ, ਹੁਣ ਤੱਕ ਕਿਹੜੀਆਂ ਡਿਵੈਲਪਮੈਂਟਸ ਹੋ ਚੁੱਕੀਆਂ ਨੇ ਉਹਦੇ ਬਾਰੇ ਗੱਲ ਕਰਾਂਗੇ ਅੱਜ। ਬਹੁਤ ਸਾਰੇ ਮੋਦੀ ਸਪੋਰਟਰਸ ਵੱਲੋਂ ਬਿਆਨ ਆਏ ਸੀ ਕਿ ਜਿੱਦਾਂ ਸ਼ਹੀਨ ਬਾਗ ਦੇ ਵਿੱਚ ਮੁਸਲਿਮਸ ਦਾ ਪ੍ਰੋਟੈਸਟ ਸੀ, ਜਿਵੇਂ ਸਰਕਾਰ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਵਾਪਸ ਨਹੀਂ ਲਿਆ, ਉਸੇ ਤਰ੍ਹਾਂ ਹੀ ਇਹ ਫਾਰਮਰਸ ਦੇ ਜਿਹੜੇ ਪ੍ਰੋਟੈਸਟ ਨੇ ਉਹਨਾਂ ਨੂੰ ਵੀ ਦਬਾ ਦਿੱਤਾ ਜਾਊਗਾ ਤੇ ਫਾਰਮਰਸ ਦੇ ਜਿਹੜੇ ਫਾਰਮ ਬਿੱਲ ਨੇ ਉਹਨਾਂ ਨੂੰ ਵੀ ਇਦਾਂ ਹੀ ਰੱਖਿਆ ਜਾਊਗਾ, ਕੋਈ ਉਹਨਾਂ ਦੇ ਵਿੱਚ ਅਮੈਂਡਮੈਂਟ ਨਹੀਂ ਕੀਤੀ ਜਾਊਗੀ। ਬਟ ਇੱਥੇ ਸੈਂਟਰ ਗਵਰਨਮੈਂਟ ਦਾ 70% ਜਿਹੜਾ ਭੁਲੇਖਾ ਆ ਉਹ ਦੂਰ ਹੋ ਚੁੱਕਾ ਆ ਤੇ ਸੈਂਟਰ ਗਵਰਨਮੈਂਟ ਹੁਣ ਵਿਲਿੰਗ ਆ ਕਿ ਅਸੀਂ 8 ਅਮੈਂਡਮੈਂਟ ਜਿਹੜੀਆਂ ਨੇ ਉਹ ਕਰਨ ਨੂੰ ਤਿਆਰ ਆ ਫਾਰਮ ਬਿਲਸ ਦੇ ਵਿੱਚ। ਬਟ ਕਿਸਾਨ ਜਿਹੜੇ ਨੇ ਉਹ ਆਪਣੀ ਗੱਲ ਤੇ ਅੜੇ ਨੇ ਕਿ ਅਸੀਂ ਤਿੰਨੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਵਾਉਣਾ ਹੈ, ਇਹਨਾਂ ਨੂੰ ਵਾਪਸ ਕਰਵਾਉਣਾ ਆ ਤੇ ਜਿਹੜੇ ਨਵੇਂ ਆਰਡੀਨੈਂਸ ਹੋਰ ਸੈਂਟਰ ਗਵਰਨਮੈਂਟ ਲੈ ਕੇ ਆ ਰਹੀ ਹੈ ਇਲੈਕਟ੍ਰਿਸਿਟੀ ਦੇ ਰਿਲੇਟਡ ਹੈ ਹੋਰ ਆ, ਉਹਨਾਂ ਨੂੰ ਵੀ ਅਸੀਂ ਵਾਪਸ ਕਰਵਾਉਣਾ ਆ। ਅਸੀਂ ਅੱਗੇ ਦੇਖਾਂਗੇ ਇਸ ਪ੍ਰੋਟੈਸਟ ਨੂੰ ਸ਼ਹੀਨ ਬਾਗ ਦੇ ਪ੍ਰੋਟੈਸਟ ਵਾਂਗੂ ਦਬਾਇਆ ਕਿਉਂ ਨਹੀਂ ਜਾ ਸਕਦਾ, ਕਿੱਥੋਂ ਜਿਹੜੇ ਫਾਰਮਰਸ ਨੇ ਉਹਨਾਂ ਨੂੰ ਸਪੋਰਟ ਮਿਲ ਰਹੀ ਹੈ, ਅੱਗੇ ਅਸੀਂ ਇਹਦੇ ਬਾਰੇ ਗੱਲ ਕਰਾਂਗੇ। ਇਸ ਪ੍ਰੋਟੈਸਟ ਦੇ ਚੱਲਦਿਆਂ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਇੱਕ ਮੀਟਿੰਗ ਹੋਈ, ਉਹਦੇ ਵਿੱਚ ਯੂਨਾਈਟਿਡ ਸਟੇਟਸ, ਯੂਰਪੀਅਨ ਯੂਨੀਅਨ ਤੇ ਕੈਨੇਡਾ ਨੇ ਇੰਡੀਆ ਤੇ ਸਵਾਲ ਚੁੱਕੇ ਨੇ ਕਿ ਇੰਡੀਆ ਦੀਆਂ ਜਿਹੜੀਆਂ ਟ੍ਰੇਡ ਪ੍ਰੈਕਟਿਸਿਸ ਨੇ ਐਗਰੀਕਲਚਰ ਨੂੰ ਲੈ ਕੇ ਉਹ ਟਰਾਂਸਪੇਰੈਂਟ ਨਹੀਂ ਹੈ ਤੇ ਇੰਡੀਆ ਦੀਆਂ ਜਿਹੜੀਆਂ ਐਗਰੀਕਲਚਰ ਸਪੋਰਟ ਪ੍ਰੈਕਟਿਸਿਸ ਨੇ ਉਹਨਾਂ ਦੇ ਬਾਰੇ ਵੀ ਸਵਾਲ ਪੁੱਛੇ ਨੇ। ਸਵਾਲ ਕਿਹੜੇ ਨੇ ਉਹ ਅਸੀਂ ਦੇਖ ਲੈਂਦੇ ਆ। ਯੂਨਾਈਟਿਡ ਸਟੇਟ ਨੇ ਕੁਐਸਚਨ ਪੁੱਛਿਆ ਹੈ ਕਿ ਓਪਨ ਮਾਰਕੀਟ ਸੇਲ ਹੋਏਗੀ ਜਿਹੜੀ ਫੂਡ ਗ੍ਰੇਨ ਦੀ, ਉਹਦੇ ਵਿੱਚ ਜਿਹੜਾ ਖਰੀਦਣ ਵਾਲਾ ਆ ਉਹ ਐਕਸਪੋਰਟ ਨਹੀਂ ਕਰੇਗਾ ਫੂਡ ਗ੍ਰੇਨ ਨੂੰ, ਇਹਨੂੰ ਤੁਸੀਂ ਕਿਵੇਂ ਇਨਫੋਰਸ ਕਰੋਗੇ। ਯੂਰਪੀਅਨ ਯੂਨੀਅਨ ਨੇ ਸਵਾਲ ਪੁੱਛਿਆ ਹੈ ਕਿ ਐਗਰੀਕਲਚਰ ਲੋਨ ਵੇਵਰ ਦੀ ਤੁਹਾਡੀ ਕੀ ਪਾਲਿਸੀ ਹੈ, ਉਹਦੇ ਬਾਰੇ ਸਾਨੂੰ ਡਿਟੇਲ ਦਿਓ। ਕੈਨੇਡਾ ਨੇ ਸਵਾਲ ਪੁੱਛਿਆ ਕਿ PM ਕਿਸਾਨ ਇੱਕ ਯੋਜਨਾ ਬਣੀ ਸੀ, ਉਹਦੇ ਵਿੱਚ ਕੌਣ ਐਲੀਜੀਬਲ ਹੈ, ਕਿਹੜਾ ਫਾਰਮਰ ਐਲੀਜੀਬਲ ਹੁੰਦਾ ਹੈ ਤੁਹਾਡੇ ਪੈਸੇ ਲੈਣ ਵਾਸਤੇ। ਇਸ ਯੋਜਨਾ ਤੇ ਪਹਿਲਾਂ ਵੀ ਬਹੁਤ ਸਾਰੇ ਸਵਾਲ ਉੱਠਦੇ ਨੇ ਕਿ ਉਦੋਂ ਹੀ ਪੇਮੈਂਟ ਕਿਉਂ ਕੀਤੀ ਜਾਂਦੀ ਹੈ ਜਦੋਂ ਕੋਈ ਇਲੈਕਸ਼ਨਸ ਲੱਗੇ ਹੁੰਦੀਆਂ ਨੇ, ਉਦੋਂ ਹੀ ਕਿਸਾਨਾਂ ਦੇ ਖਾਤੇ ਦੇ ਵਿੱਚ 2-2000 ਰੁਪਇਆ ਕਿਉਂ ਪਾਇਆ ਜਾਂਦਾ ਆ ਤੇ ਉਤੋਂ ਇਹ ਵੈਰੀਫਾਈ ਵੀ ਨਹੀਂ ਕੀਤਾ ਜਾਂਦਾ ਕਿ ਕੋਈ ਕਿਸਾਨ ਹੈ ਜਾਂ ਨਹੀਂ ਹੈ। ਉਹਦੇ ਬਾਅਦ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਫਾਰਮਰਸ ਨੂੰ ਸਪੋਰਟ ਮਿਲੀ ਆ, ਉਹਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਫਾਰਮਰਸ ਦੇ ਪ੍ਰੋਟੈਸਟ ਨੂੰ ਸਪੋਰਟ ਕੀਤਾ ਆ। ਉਹਨਾਂ ਨੇ ਕਿਹਾ ਕਿ ਜਿਹੜਾ ਪੀਸਫੁਲ ਪ੍ਰੋਟੈਸਟ ਆ ਇਹ ਲੋਕਾਂ ਦਾ ਰਾਈਟ ਹੈ, ਡੈਮੋਕ੍ਰੇਸੀ ਦੇ ਵਿੱਚ ਉਹਨਾਂ ਨੂੰ ਆਜ਼ਾਦੀ ਹੈ ਕਿ ਉਹ ਆਪਣਾ ਪੀਸਫੁਲ ਪ੍ਰੋਟੈਸਟ ਕਰ ਸਕਦੇ ਨੇ। ਸੋ ਸਟੇਟਮੈਂਟ ਜਿਹੜੀ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਲੈਟ ਮੀ ਰਿਮਾਈਂਡ ਯੂ Canada will always be there to defend the rights of peaceful protesters. We believe in process of dialogue. We have reached out through multiple means to the Indian authorities to highlight our concerns. This is a moment for all of us to pull together. So ਉਹਨਾਂ ਨੇ ਕਿਹਾ ਹੈ ਕਿ ਅਸੀਂ ਇੰਡੀਅਨ ਗਵਰਨਮੈਂਟ ਦੇ ਨਾਲ, ਇੰਡੀਅਨ ਅਥਾਰਟੀਜ਼ ਦੇ ਨਾਲ ਹਰ ਤਰੀਕੇ ਦੇ ਨਾਲ ਕਮਿਊਨੀਕੇਟ ਕਰ ਰਹੇ ਹਾਂ, ਇਸ ਇਸ਼ੂ ਨੂੰ ਹਾਈਲਾਈਟ ਕਰ ਰਹੇ ਹਾਂ ਕਿ ਇਹ ਜਿਹੜਾ ਰਾਈਟ ਹੈ ਲੋਕਾਂ ਦਾ, ਪ੍ਰੋਟੈਸਟਰਸ ਦਾ, ਫਾਰਮਰ ਪ੍ਰੋਟੈਸਟ ਕਰ ਰਹੇ ਨੇ, ਸੋ ਉਹਦੇ 'ਚ ਗਵਰਨਮੈਂਟ ਗੱਲਬਾਤ ਦੇ ਨਾਲ ਉਹਨਾਂ ਦਾ ਮਸਲਾ ਹੱਲ ਕਰੇ, ਨਾ ਕਿ ਪਾਣੀ ਦੀਆਂ ਮਸ਼ਾੜਾਂ ਕਰਕੇ ਜਾਂ ਅਥਰੂ ਗੈਸ ਤੇ ਗੋਲੇ ਸੁੱਟ ਕੇ ਉਹਨਾਂ ਦਾ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਉਹਨੂੰ ਖਦੇੜਿਆ ਜਾਵੇ। ਇਹਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਟਵੀਟਸ ਆਏ ਨੇ। ਕੈਨੇਡਾ ਦੇ MPs ਵੱਲੋਂ ਵੀ ਟਵੀਟਸ ਆਏ ਨੇ। ਤਨਮਨਜੀਤ ਸਿੰਘ ਢੇਸੀ ਵੱਲੋਂ ਟਵੀਟ ਆਇਆ ਕਿ ਉਹ ਫਾਰਮਰਸ ਦੇ ਨਾਲ ਖੜੇ ਨੇ ਜਿਹੜੇ ਕਿ ਪ੍ਰੋਟੈਸਟ ਕਰ ਰਹੇ ਨੇ ਪ੍ਰਾਈਵੇਟਾਈਜੇਸ਼ਨ ਦੇ ਅਗੇਂਸਟ। ਸੋ ਉਹਨਾਂ ਨੇ ਵੀ ਕਿਹਾ ਹੈ ਕਿ ਆਈ ਸਟੈਂਡ ਵਿਦ ਦ ਫਾਰਮਰਸ ਆਫ ਪੰਜਾਬ। ਸੋ ਇਹ ਫਾਰਮਰ ਪ੍ਰੋਟੈਸਟ ਦੇ ਫੇਵਰ ਦੇ ਵਿੱਚ ਟਵੀਟ ਕਰ ਰਹੇ ਨੇ। ਉਸ ਤੋਂ ਬਾਅਦ ਕੈਨੇਡਾ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਹਰਜੀਤ ਸਿੰਘ ਸੱਜਣ, ਉਹਨਾਂ ਵੱਲੋਂ ਵੀ ਟਵੀਟ ਆਇਆ ਹੈ। ਉਹਨਾਂ ਨੇ ਵੀ ਕਿਹਾ ਹੈ ਕਿ ਇਹ ਪ੍ਰੋਟੈਸਟ ਕਰਨਾ ਇੱਕ ਫੰਡਾਮੈਂਟਲ ਰਾਈਟ ਆ, ਇਹ ਲੋਕਾਂ ਨੂੰ ਆਜ਼ਾਦੀ ਹੈ ਕਿ ਉਹ ਆਪਣਾ ਪੀਸਫੁਲ ਪ੍ਰੋਟੈਸਟ ਕਰ ਸਕਦੇ ਨੇ। ਇੰਨੀਆਂ ਵੱਡੀਆਂ ਸਟੇਟਮੈਂਟਸ ਤੋਂ ਬਾਅਦ ਜਿਹੜੀ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆ ਉਹਦੀ ਇੱਕ ਸਟੇਟਮੈਂਟ ਆਈ ਹੈ ਕਿ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਇਹੋ ਜਿਹੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ, ਇਹ ਸਾਡਾ ਇੰਟਰਨਲ ਮੈਟਰ ਹੈ, ਅਸੀਂ ਇੰਟਰਨਲੀ ਇਹਨੂੰ ਸੋਲਵ ਕਰਾਂਗੇ। ਹੁਣ ਸਵਾਲ ਇਹ ਬਣਦਾ ਹੈ ਕਿ ਕੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਉਹ ਇੰਡੀਆ ਦੇ ਫਾਰਮਰਸ ਦੇ ਫੇਵਰ 'ਚ ਬੋਲ ਨਹੀਂ ਸਕਦੇ, ਜਾਂ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਕਿਸੇ ਨੂੰ ਵੀ ਸੁਣਨਾ ਨਹੀਂ ਚਾਹੁੰਦੀ ਫਾਰਮਰਸ ਦੀ ਸਪੋਰਟ ਦੇ ਵਿੱਚ। ਸੋ ਕੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਜਿਹੜੀ ਆ ਉਹ ਜਸਟੀਫਾਈਡ ਹੈ ਲੋਕਾਂ ਦੀ ਸਪੋਰਟ ਦੇ ਵਿੱਚ, ਫਾਰਮਰਸ ਦੀ ਸਪੋਰਟ ਦੇ ਵਿੱਚ? ਬਿਲਕੁਲ ਜਸਟੀਫਾਈਡ ਹੈ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਉਹ ਇਦਾਂ ਦੀ ਸਟੇਟਮੈਂਟ ਦੇ ਸਕਦੇ ਨੇ ਕਿਉਂਕਿ ਇੰਡੀਆ ਜਿਹੜਾ ਆ ਉਹ ਇੱਕ ਡੈਮੋਕ੍ਰੈਟਿਕ ਕੰਟਰੀ ਆ। ਸੋ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਜਿਹੜਾ ਪ੍ਰੋਟੈਸਟ ਕਰਨਾ ਆ ਉਹ ਇੱਕ ਕਨਸਟੀਟਿਊਸ਼ਨਲ ਰਾਈਟ ਬਣਦਾ ਆ ਕਿਉਂਕਿ ਕੈਨੇਡਾ ਦੇ ਜਿਹੜੇ ਬਹੁਤ ਸਾਰੇ ਸਿਟੀਜ਼ਨਸ ਨੇ ਉਹਨਾਂ ਦਾ ਸਪੋਰਟ ਹੈ ਇੰਡੀਅਨ ਫਾਰਮਰਸ ਨੂੰ। ਬਹੁਤ ਸਾਰੇ ਲੋਕ ਜਿਹੜੇ ਆ ਉਹ ਪੰਜਾਬ ਤੋਂ ਜਾ ਕੇ ਕੈਨੇਡੀਅਨ ਸਿਟੀਜ਼ਨ ਬਣੇ ਨੇ, ਉੱਥੇ ਜਾ ਕੇ MPs ਤੱਕ ਬਣੇ ਨੇ। ਸੋ ਜਦੋਂ ਕੈਨੇਡਾ ਦੀ ਇੰਨੀ ਪੋਪੂਲੇਸ਼ਨ ਜਿਹੜੀ ਆ ਉਹ ਇੰਡੀਆ ਦੇ ਲੋਕਾਂ ਦਾ ਦੁੱਖ ਸਮਝਦੀ ਹੈ,
ਸੋ ਜਿਹੜੇ ਕੈਨੇਡਨ ਪੀਐਮ ਹੈ ਜਿਹੜੇ ਉਹ ਇਦਾਂ ਦੀ ਸਪੋਰਟ ਦੇ ਵਿੱਚ ਸਟੇਟਮੈਂਟ ਬਿਲਕੁਲ ਦੇ ਸਕਦੇ ਆ। ਸੋ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀ ਜਿਹੜੀ ਸਟੇਟਮੈਂਟ ਆ ਕਿ ਕੈਨੇਡਨ ਪੀਐਮ ਜਿਹੜੇ ਆ ਉਹ ਆਪਣੇ ਦੇਸ਼ ਦੇ ਨਾਲ ਮਤਲਬ ਰੱਖਣ, ਸਾਡਾ ਇੰਟਰਨਲ ਮੈਟਰ ਆ, ਇਹ ਬਿਲਕੁਲ ਗਲਤ ਆ। ਕੈਨੇਡਨ ਜਿਹੜੇ ਪੀਐਮ ਆ ਉਹਨਾਂ ਦੇ ਉੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦਾ ਕੰਸਰਨ ਵੀ ਜਿਹੜਾ ਆ ਉਹ ਇੰਡੀਅਨ ਫਾਰਮਰਸ ਦੇ ਨਾਲ ਆ। ਸੋ ਬਿਲਕੁਲ ਉਹਨਾਂ ਦੀ ਸਟੇਟਮੈਂਟ ਜਿਹੜੀ ਆ ਉਹ ਵੈਲਿਡ ਆ। ਇਹਦੇ ਨਾਲ ਹੀ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਹੈ ਜਾਂ ਡਿਪਲੋਮੈਟਿਕ ਰਿਲੇਸ਼ਨਸ ਹੁੰਦੇ ਨੇ ਉਹਦੇ ਵਿੱਚ ਵੀ ਇੱਕ ਕੰਟਰੀ ਜਿਹੜੀ ਆ ਦੂਜੀ ਕੰਟਰੀ ਦੀ ਸਪੋਰਟ ਦੇ ਵਿੱਚ ਜਾਂ ਦੂਜੀ ਕੰਟਰੀ ਦੇ ਲੋਕਾਂ ਦੀ ਸਪੋਰਟ ਦੇ ਵਿੱਚ ਕੋਈ ਸਟੇਟਮੈਂਟ ਦੇ ਸਕਦੀ ਹੈ। ਇਦਾਂ ਹੀ ਇੰਡੀਆ ਵੀ ਸਟੇਟਮੈਂਟ ਦਿੰਦਾ ਆ। ਇੰਡੀਆ ਦੇ ਵੱਲੋਂ ਵੀ ਬਹੁਤ ਸਾਰੀਆਂ ਸਟੇਟਮੈਂਟਸ ਜਾਂਦੀਆਂ ਨੇ, ਜਿਵੇਂ ਇੰਡੀਆ ਨੇ ਫ੍ਰੈਂਚ ਪ੍ਰੈਜ਼ੀਡੈਂਟ ਦੇ ਫੇਵਰ ਦੇ ਵਿੱਚ ਸਟੇਟਮੈਂਟ ਦਿੱਤੀ ਸੀ ਕਿ ਇੰਡੀਆ ਕਮਸ ਆਊਟ ਇਨ ਸਪੋਰਟ ਆਫ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਨ ਅਮਿਡ ਆਊਟਰੇਜ ਅਕ੍ਰੋਸ ਮੁਸਲਿਮ ਨੇਸ਼ਨਸ। ਜਦੋਂ ਕਿ ਮੁਸਲਿਮ ਨੇਸ਼ਨ ਜਿਹੜੇ ਨੇ ਉਹ ਫ੍ਰੈਂਚ ਪ੍ਰੈਜ਼ੀਡੈਂਟ ਦੇ ਅਗੇਂਸਟ ਦੇ ਵਿੱਚ ਸੀ, ਇੰਡੀਆ ਜਿਹੜਾ ਆ ਉਹ ਸਪੋਰਟ ਕਰ ਰਿਹਾ ਸੀ ਪ੍ਰੈਜ਼ੀਡੈਂਟ ਨੂੰ। ਸੋ ਇਦਾਂ ਦੀਆਂ ਜਿਹੜੀਆਂ ਸਟੇਟਮੈਂਟ ਆ ਇਹ ਡਿਪਲੋਮੈਟਿਕ ਰਿਲੇਸ਼ਨ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। ਸੋ ਕੈਨੇਡਾ ਦੇ ਪੀਐਮ ਦੀ ਜਿਹੜੀ ਸਟੇਟਮੈਂਟ ਆ ਉਹ ਵੀ ਬਿਲਕੁਲ ਵੈਲਿਡ ਹੈ। ਡਿਪਲੋਮੈਟਿਕ ਰਿਲੇਸ਼ਨ ਦੇ ਵਿੱਚ ਇਹ ਸਟੇਟਮੈਂਟ ਜਿਹੜੀਆਂ ਨੇ ਉਹ ਵੈਲਿਡ ਹੁੰਦੀਆਂ ਨੇ। ਕੈਨੇਡਾ, ਯੂਐਸ ਜਾਂ ਯੂਰਪ ਹੈ ਇਹਨੂੰ ਅਸੀਂ ਇਸ ਸਾਈਡ ਤੇ ਵੀ ਛੱਡ ਦਈਏ ਕਿਉਂਕਿ ਇੱਥੇ ਇੰਡੀਆ ਦੀ ਪੋਪੂਲੇਸ਼ਨ ਬਹੁਤ ਆ। ਇਹਦੇ ਇਲਾਵਾ ਜਾਪਾਨ ਵਰਗੀਆਂ ਜਿਹੜੀਆਂ ਕੰਟਰੀਜ਼ ਨੇ ਉੱਥੇ ਵੀ ਜਿਹੜੀ ਪੰਜਾਬ ਦੇ ਫਾਰਮਰ ਦੀ ਪ੍ਰੋਟੈਸਟ ਆ ਉਹਦੀਆਂ ਖਬਰਾਂ ਲੱਗ ਰਹੀਆਂ ਨੇ। ਸੋ ਇਹ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਚਾਹੇ ਇੰਡੀਅਨ ਮੀਡੀਆ ਜਿਹੜਾ ਆ ਉਹ ਫਾਰਮਰ ਦੀ ਸਪੋਰਟ ਨਾ ਕਰੇ, ਬਟ ਜਿਹੜਾ ਇੰਟਰਨੈਸ਼ਨਲ ਮੀਡੀਆ ਆ ਉਹ ਫਾਰਮਰ ਦੀ ਸਪੋਰਟ ਦੇ ਵਿੱਚ ਖੜਾ ਆ। ਪੀਸਫੁਲ ਪ੍ਰੋਟੈਸਟ ਦੇ ਫੇਵਰ ਦੇ ਵਿੱਚ ਸਾਰੇ ਖੜੇ ਨੇ। ਸੋ ਇੰਡੀਅਨ ਗਵਰਨਮੈਂਟ ਦਾ ਜਿਹੜਾ ਤਰੀਕਾ ਸੀ ਪਾਣੀ ਦੀਆਂ ਤੋਪਾਂ ਚਲਾਉਣਾ ਜਾਂ ਅਥਰੂ ਗੈਸ ਦੇ ਗੋਲੇ ਸੁੱਟਣਾ, ਇਹਦੀ ਨਿੰਦਾ ਸਾਰੀਆਂ ਕੰਟਰੀਆਂ ਨੇ ਕੀਤੀ ਆ। ਸੋ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਬੈਕਫੁੱਟ ਤੇ ਆ। ਸੋ ਪੂਰਾ ਪ੍ਰੈਸ਼ਰ ਬਣਿਆ ਹੋਇਆ ਇੰਟਰਨਲੀ ਪ੍ਰੋਟੈਸਟ ਦਾ ਵੀ ਤੇ ਨਾਲ ਹੀ ਡਿਪਲੋਮੈਟਿਕ ਰਿਲੇਸ਼ਨਸ ਦਾ ਵੀ ਗਵਰਨਮੈਂਟ ਦੇ ਉੱਪਰ ਕਿ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਜਿਹੜਾ ਹੈ ਉਹ ਰੱਦ ਕੀਤਾ ਜਾਵੇ। ਸੋ ਫਾਰਮਰ ਪ੍ਰੋਟੈਸਟ ਦੀ ਸਪੋਰਟ ਦੀ ਜੇ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਆ। ਇਹ ਟਰਾਂਸਪੋਰਟਰਸ ਦੀ ਇੱਕ ਯੂਨੀਅਨ ਹੈ ਜਿਹਦੇ ਵਿੱਚ 10 ਮਿਲੀਅਨ ਟਰੱਕਰਸ ਆਉਂਦੇ ਨੇ। ਉਹਨਾਂ ਨੇ ਵੀ ਆਪਣੀ ਸਪੋਰਟ ਜਿਹੜੀ ਹੈ ਕਿਸਾਨਾਂ ਦੇ ਨਾਲ ਦਿੱਤੀ ਹੈ ਤੇ ਉਹਨਾਂ ਨੇ ਵੀ ਕਿਹਾ ਆ ਕਿ ਜੇ ਕਿਸਾਨਾਂ ਦੇ ਮਸਲੇ ਦੇ ਵਿੱਚ ਇਹ ਕਾਨੂੰਨ ਵਾਪਸ ਨਾ ਹੋਏ ਤਾਂ ਅਸੀਂ ਵੀ ਜਿਹੜੀ ਆ 8 ਦਸੰਬਰ ਤੋਂ ਬਿਲਕੁਲ ਸਟ੍ਰਾਈਕ ਤੇ ਜਾਵਾਂਗੇ। ਇੰਡੀਆ ਦੇ ਵਿੱਚ ਟਰਾਂਸਪੋਰਟ ਦਾ ਕੰਮ ਜਿਹੜਾ ਹੈ ਉਹ ਬਿਲਕੁਲ ਬੰਦ ਹੋ ਜਾਏਗਾ, ਬਿਲਕੁਲ ਠੱਪ ਹੋ ਜਾਏਗਾ। ਸੋ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਵੱਲੋਂ ਇਹ ਸੱਦਾ ਦਿੱਤਾ ਗਿਆ। ਇਹਦੇ ਨਾਲ ਹੀ ਜਿਹੜੀ ਆਲ ਇੰਡੀਆ ਟੈਕਸੀ ਯੂਨੀਅਨ ਹੈ ਉਹਦੇ ਵੱਲੋਂ ਵੀ ਇਹ ਸੱਦਾ ਦਿੱਤਾ ਗਿਆ ਕਿ ਜੇ ਕਿਸਾਨਾਂ ਦੀਆਂ ਮੰਗਾਂ ਤੇ ਨਾ ਸੁਣਵਾਈ ਕੀਤੀ ਗਈ ਅਸੀਂ ਵੀ ਜਿਹੜਾ ਹੈ ਉਹ ਧਰਨੇ ਤੇ ਬੈਠਾਂਗੇ। ਇਹਦੇ ਨਾਲ ਹੀ 5 ਵਾਰੀਆਂ ਦੇ ਜਿਹੜੇ ਸੀਐਮ ਰਹੇ ਨੇ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਵੱਲੋਂ ਆਪਣਾ ਪਦਮ ਵਿਭੂਸ਼ਣ ਜਿਹੜਾ ਅਵਾਰਡ ਸੀ 2015 ਚ ਉਹਨਾਂ ਨੂੰ ਮਿਲਿਆ ਸੀ ਉਹ ਵੀ ਸਰਕਾਰ ਨੂੰ ਜਿਹੜਾ ਹੈ ਉਹ ਵਾਪਸ ਕਰ ਦਿੱਤਾ ਗਿਆ ਹੈ। ਤੇ ਨਾਲ ਹੀ ਉਹਨਾਂ ਨੇ ਚਿੱਠੀ ਵੀ ਲਿਖੀ ਹੈ ਕਿ ਮੈਨੂੰ ਬਹੁਤ ਦੁੱਖ ਹੈ ਕਿ ਕਿਸਾਨਾਂ ਦੀ ਜਿਹੜੀ ਗੱਲ ਹੈ ਉਹ ਸੁਣੀ ਨਹੀਂ ਜਾ ਰਹੀ। ਇਹਦੇ ਨਾਲ ਹੀ ਢੀਂਡਸਾ ਵੱਲੋਂ ਵੀ ਜਿਹੜਾ ਪਦਮ ਭੂਸ਼ਣ ਅਵਾਰਡ ਹੈ ਉਹ ਵੀ ਉਹਨਾਂ ਵੱਲੋਂ ਵਾਪਸ ਕੀਤਾ ਜਾ ਰਿਹਾ ਹੈ ਤੇ ਬਹੁਤ ਸਾਰੇ ਖਿਡਾਰੀ ਜਿਹੜੇ ਆ ਉਹ ਵੀ ਆਪਣਾ ਸਨਮਾਨ ਜਿਹੜਾ ਹੈ ਉਹ ਵਾਪਸ ਕਰ ਰਹੇ ਨੇ ਕਿ ਸਾਨੂੰ ਬਹੁਤ ਦੁੱਖ ਹੈ ਜਿਹੜਾ ਇੰਡੀਅਨ ਗਵਰਨਮੈਂਟ ਹੈ ਕਿਸਾਨਾਂ ਦੇ ਮਸਲੇ ਤੇ ਕੋਈ ਸੁਣਵਾਈ ਨਹੀਂ ਕਰ ਰਹੀ। ਇਹਦੇ ਨਾਲ ਹੀ ਦਿੱਲੀ ਦੇ ਵਿੱਚ ਜਿਹੜੇ ਡਾਕਟਰਸ ਨੇ ਜਾਂ ਸਟੂਡੈਂਟ ਨੇ ਉਹ ਵੀ ਫਾਰਮਰ ਦੀ ਸਪੋਰਟ ਦੇ ਵਿੱਚ ਅੱਗੇ ਆਏ ਨੇ। ਬਹੁਤ ਸਾਰੇ ਲੋਕ ਜਿਹੜੇ ਆ ਉਹ ਪਰਸਨਲੀ ਵੀ ਜਾ ਕੇ ਫਾਰਮਰ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਫਾਰਮਰ ਦੀ ਸਪੋਰਟ ਕਰ ਰਹੇ ਨੇ। ਬਹੁਤ ਸਾਰੇ ਲੋਕ ਜਿਹੜੇ ਆ ਸਵੇਰੇ ਚਾਹ ਲੈ ਕੇ ਆਉਂਦੇ ਨੇ, ਉਹਨਾਂ ਵਾਸਤੇ ਸਬਜ਼ੀਆਂ ਸਪਲਾਈ ਕਰ ਰਹੇ ਨੇ ਤੇ ਹਰ ਇੱਕ ਤਰੀਕੇ ਦੀ ਜਿਹੜੀ ਸਪੋਰਟ ਹੈ ਉਹ ਕਿਸਾਨਾਂ ਨੂੰ ਮਿਲ ਰਹੀ ਹੈ ਦਿੱਲੀ ਪਬਲਿਕ ਦੇ ਵੱਲੋਂ ਵੀ। ਸੋ ਜਦੋਂ ਇੰਨੇ ਲੋਕਾਂ ਦੀ ਸਪੋਰਟ ਜਿਹੜੀ ਆ ਫਾਰਮਰਸ ਨੂੰ ਮਿਲ ਰਹੀ ਹੈ ਤਾਂ ਸਰਕਾਰ ਇਹ ਕਿਵੇਂ ਸੋਚ ਸਕਦੀ ਹੈ ਕਿ ਅਸੀਂ ਸ਼ਹੀਨ ਬਾਗ ਵਾਂਗੂ ਇਹਨਾਂ ਦੇ ਪ੍ਰੋਟੈਸਟ ਨੂੰ ਵੀ ਇਦਾਂ ਹੀ ਦਬਾ ਦਾਂਗੇ। ਸੋ ਹੁਣ ਤੱਕ ਇਹ ਜਿਹੜਾ ਪ੍ਰੋਟੈਸਟ ਹੈ ਕਿੰਨਾ ਸਕਸੈਸਫੁਲ ਹੈ ਇਸੇ ਗੱਲ ਤੋਂ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਸਰਕਾਰ ਆ ਪਹਿਲਾਂ ਕਿਸੇ ਗੱਲ ਤੇ ਵੀ ਮੰਨ ਨਹੀਂ ਰਹੀ ਸੀ। ਹੁਣ ਜਿਹੜੀ ਸਰਕਾਰ ਆ ਉਹ 8 ਅਮੈਂਡਮੈਂਟਸ ਬਿੱਲ ਦੇ ਵਿੱਚ ਕਰਨ ਨੂੰ ਤਿਆਰ ਆ ਕਿ ਅਸੀਂ ਫਾਰਮ ਬਿੱਲ ਦੇ ਵਿੱਚ 8 ਜਿਹੜੀਆਂ ਮੇਜਰ ਅਮੈਂਡਮੈਂਟਸ ਨੇ ਉਹ ਕਰਨ ਨੂੰ ਤਿਆਰ ਆ। ਬਟ ਕਿਸਾਨ ਜਿਹੜੇ ਨੇ ਉਹ ਇਸੇ ਗੱਲ ਤੇ ਅੜੇ ਨੇ ਕਿ ਅਸੀਂ ਜਿਹੜੇ ਤਿੰਨੇ ਕਾਨੂੰਨ ਨੇ ਤੇ ਨਾਲ ਜਿਹੜੇ ਨਵੇਂ ਆਰਡੀਨੈਂਸ ਆਏ ਨੇ ਅਸੀਂ ਉਹਨਾਂ ਨੂੰ ਵਾਪਸ ਕਰਾਉਣਾ ਆ। ਸਰਕਾਰ ਦਾ ਕੋਈ ਈਗੋ ਨਹੀਂ ਹੈ। ਸੋ ਇਸੇ ਗੱਲ ਤੋਂ ਜਿਹੜੀ ਕਿਸਾਨਾਂ ਦੀ ਮੂਵਮੈਂਟ ਦੀ ਸਕਸੈਸ ਆ ਉਹ ਦੇਖੀ ਜਾ ਸਕਦੀ ਹੈ। ਸੋ ਜੇ ਇਹ ਪ੍ਰੋਟੈਸਟ ਇਦਾਂ ਹੀ ਜਾਰੀ ਰਹਿੰਦਾ ਆ ਤਾਂ ਸਰਕਾਰ ਜਿਹੜੀ ਆ ਇਹ ਬਿੱਲ ਵਾਪਸ ਲੈਣ ਨੂੰ ਵੀ ਤਿਆਰ ਹੋਏਗੀ। ਬਹੁਤ ਸਾਰੇ ਲੋਕ ਹੈ ਜਿਹੜੇ ਉਹ ਟਵਿੱਟਰ ਤੇ ਟਵੀਟ ਕਰਕੇ ਫਾਰਮਰ ਦਾ ਸਪੋਰਟ ਕਰ ਰਹੇ ਨੇ ਤਾਂ ਕਿ ਜਿਹੜੀ ਹੋਰ ਇੰਡੀਅਨ ਪੋਪੂਲੇਸ਼ਨ ਆ ਉਹਦੇ ਤੱਕ ਵੀ ਉਹਨਾਂ ਦੀ ਗੱਲ ਜਾਵੇ। ਬਹੁਤ ਸਾਰੇ ਇਦਾਂ ਦੇ ਵੀ ਲੋਕ ਨੇ ਜਿਹੜੇ ਬਲਾਈਂਡਲੀ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਸਪੋਰਟ ਕਰ ਰਹੇ ਨੇ। ਉਹ ਬਹੁਤ ਸਾਰੀ ਜਿਹੜੀ ਉਹ ਵਲਗਰ ਲੈਂਗੁਏਜ ਵੀ ਯੂਜ਼ ਕਰ ਰਹੇ ਨੇ ਟਵਿੱਟਰ ਦੇ ਉੱਪਰ। ਇਹਦੇ ਵਿੱਚ ਕੁਝ ਜਿਹੜੇ ਟਵੀਟਸ ਨੇ ਉਹ ਇੱਕ ਵਾਰੀ ਦੇਖ ਲੈਨੇ ਆ। ਸੋ ਇਹ ਸਾਡੇ ਵੱਲੋਂ ਵੀ ਰਿਕੁਐਸਟ ਹੈ ਕਿ ਸਾਰੇ ਲੋਕ ਭਾਵੇਂ ਦਿੱਲੀ ਤਾਂ ਨਹੀਂ ਜਾ ਸਕਦੇ ਪਰ ਸੋਸ਼ਲ ਮੀਡੀਆ ਰਾਹੀਂ ਅਸੀਂ ਉਹਨਾਂ ਨੂੰ ਸਪੋਰਟ ਜ਼ਰੂਰ ਕਰੀਏ।
Facebook ਤੇ YouTube ਤੇ ਜਾਂ Twitter ਤੇ ਜਿਸ ਵੀ ਤਰੀਕੇ ਨਾਲ ਅਸੀਂ ਸ਼ੇਅਰ ਕਰ ਸਕੀਏ ਇਹਨਾਂ ਚੀਜ਼ਾਂ ਨੂੰ ਅਸੀਂ ਸ਼ੇਅਰ ਕਰੀਏ ਤਾਂ ਕਿ ਹੋਰ ਜਿਹੜੀ ਇੰਡੀਅਨ ਪੋਪੂਲੇਸ਼ਨ ਹੈ ਜਿਹਨੂੰ ਅਜੇ ਤੱਕ ਫਾਰਮ ਬਿੱਲ ਦੇ ਬਾਰੇ ਪਤਾ ਹੀ ਨਹੀਂ ਹੈ ਉਹਨੂੰ ਵੀ ਇਸ ਬਾਰੇ ਨੌਲੇਜ ਹੋਵੇ ਤੇ ਫਾਰਮਰਸ ਦੀ ਸਪੋਰਟ ਦੇ ਵਿੱਚ ਆਉਣ ਤਾਂ ਕਿ ਜਿਹੜੇ ਫਾਰਮ ਬਿੱਲਸ ਨੇ ਇਹ ਜਲਦੀ ਤੋਂ ਜਲਦੀ ਰੱਦ ਹੋਣ ਤੇ ਕਿਸਾਨ ਜਿਹੜੇ ਆ ਆਪਣੇ ਆਪਣੇ ਘਰਾਂ ਨੂੰ ਮੁੜਨ। ਹੋਪ ਇਹ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ ਹੈ। ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਕਮੈਂਟ ਕਰਕੇ ਜ਼ਰੂਰ ਦੱਸੋ, #I support farmers ਕਰਕੇ ਕਮੈਂਟ ਜ਼ਰੂਰ ਕਰੋ। ਥੈਂਕ ਯੂ ਵੈਰੀ ਮਚ।